ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਰਹਿ ਬਿਹੰਗਮ ਕਤਹਿ ਨਾ ਜਾਈ, ਅਗਹਿ ਗਹਿ ਗਹਿ ਗਗਨ ਸਮਾਈ। ਗੱਗਾ ਘਾਟ ਘਾਟ ਨਿਮਸੈ ਸੋਈ, ਘਟ ਫੂਟੇ ਘਟ ਕਬਹਿ ਨਾ ਹੋਈ। ਤਾਂ ਘਟ ਮਾਹੇ ਘਾਟ ਜੋ ਪਾਵਾਂ, ਸੋ ਘਟ ਛਾੜ ਆਵ ਘਟ ਕਤ ਧਾਵਾਂ। ਨਿਆ ਨਿਗ੍ਰਹਿ ਸਨੇਹ ਕਰ, ਨਿਰਵਾਰੁ ਸੰਦੇ। ਨਾਹੀ ਦੇਖ ਨਾ ਭਾਜੀਐ, ਪਰਮ ਸਿਆਣਪ ਏ। ਨਾਹੀ ਦੇਖ ਨਾ ਭਾਜੀਐ, ਪਰਮ ਸਿਆਣਪ ਏ। ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿਤਰੈ ਚਿਤਹੁ ਚਿਤਕਾਰੀ। ਚਿਤਰ ਬਚਿਤਰ ਇਹ ਅਵਚੇਰਾ, ਤਜ ਚਿਤਰੈ ਚਿਤ ਰਾਖ ਚਿਤੇਰਾ। ਛੱਛਾ ਇਹ ਛਤਰਪਤ ਪਾਸਾ, ਛਕ ਕੇ ਨ ਰਹੋ ਛਾੜ ਕੇ ਨਾ ਆਸਾ। ਰੇ ਮਨ ਮੈਂ ਤਉ ਛਿਨ ਛਿਨ ਸਮਝਾਵਾ, ਤਾਹੇ ਛਾੜ ਕਤ ਆਪ ਬੰਧਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਗੁਰਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ, ਮਹਾਨ ਪਵਿੱਤਰ ਇਤਿਹਾਸਕ ਅਸਥਾਨ ਤੇ ਬਿਰਾਜਮਾਨ, ਯਾਤਰਾ ਕਰ ਰਹੀ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ, ਆਪ ਗੁਰੂ ਪਿਆਰ ਵਾਲਿਆਂ ਨੇ ਅੰਮ੍ਰਿਤ ਵੇਲੇ ਦੀ
ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਬਾਕਾਇਦਾ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ, ਸੇਵਾਵਾਂ, ਭੇਟਾਵਾਂ ਆਪਣੇ ਦਰ ਪ੍ਰਵਾਨ ਕਰਨ, ਸਭਨਾਂ ਦੀਆਂ ਸ਼ੁਭ ਮਨੋਭਾਵਨਾਵਾਂ ਮਹਾਰਾਜ ਪੂਰੀਆਂ ਕਰਨ। ਜੋ ਜੀ ਹਜ਼ੂਰ ਦੇ ਦਰ ਤੇ ਆਵੇ ਸੋ ਰਾਹੀ ਜਾਵੇ, ਸੁਖ ਹੋਵੇ। ਉਪਰੰਤ ਆਪ ਜੀ ਨੇ ਦਾਸ ਪਾਸੋਂ ਹੁਣੇ ਜੋ ਪਾਵਨ ਬਚਨ ਸਰਵਣ ਕੀਤੇ ਹਨ, ਇਹ ਪਵਿੱਤਰ ਬਚਨ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਗੌੜੀ ਪੂਰਬੀ 52 ਅੱਖਰੀ ਦੇ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 340 ਤੇ ਦਰਜ ਹਨ। ਸੋ ਆਓ ਜਿਤਨਾ ਸਮਾਂ ਬਚਿਆ ਹੈ ਉਹ ਇਹਨਾਂ ਪਾਵਨ ਬਚਨਾਂ ਨੂੰ ਉਚਾਰਨ ਦਾ ਯਤਨ ਕਰੀਏ। ਸੋ ਗੁਰਮਤਿ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜਨ ਵਾਸਤੇ ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ, ਪਿਆਰ ਨਾਲ ਗੁਰਮੰਤਰ ਦਾ ਉਚਾਰਨ ਕਰੋ ਤੇ ਆਖੋ ਜੀ ਸਤਨਾਮ ਸ੍ਰੀ। ਫਿਰ ਇੱਕ ਵਾਰੀ ਕਿਰਪਾ ਕਰੋ, ਆਖੋ ਜੀ ਸਤਨਾਮ ਸ੍ਰੀ। ਵਾਹਿਗੁਰੂ। ਇਹ ਨਹੀਂ ਸੈੱਟ ਬੈਠਦਾ, ਫਿਰ ਕੁਝ ਹੋ ਜਾਂਦਾ। ਇਹਨੇ ਨਹੀਂ ਹੋਣਾ, ਉਹ ਦੂਸਰਾ ਬਦਲ ਦੇ ਉਹਨੂੰ ਕਰਕੇ। ਇੱਕ ਵਾਰੀ ਸਾਰੀ ਸੰਗਤ ਕਿਰਪਾ ਕਰੋ, ਪਿਆਰ ਨਾਲ ਆਖੋ ਜੀ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਅੱਜ ਦੇ ਇਹਨਾਂ ਪਾਵਨ ਬਚਨਾਂ ਦੀ ਪ੍ਰਾਰੰਭਤਾ ਗੱਗੇ ਅੱਖਰ ਤੋਂ ਬਖਸ਼ਿਸ਼ ਕਰਦੇ ਹਨ। ਆਓ ਜਿਤਨੇ ਕੁ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹਾਂ, ਇਹਨਾਂ ਪਵਿੱਤਰ ਬਚਨਾਂ ਨੂੰ ਸਮਝਣ ਸਮਝਾਉਣ ਦਾ ਯਤਨ ਕਰੀਏ। ਸ਼ੁਰੂਆਤੀ ਬਚਨ ਹਨ ਜੀ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਗੱਗੇ ਅੱਖਰ ਤੋਂ ਜੋ ਉਪਦੇਸ਼ ਹੈ, ਗੁਰੂ ਦਾ ਬਚਨ ਪਛਾਣ ਕੇ, ਗੁਰੂ ਦੇ ਬਚਨਾਂ ਦੇ ਰਾਹੀਂ ਅਕਾਲ ਪੁਰਖ ਨਾਲ ਪਹਿਚਾਨ ਬਣਾਣੀ। ਜਿਹੜਾ ਜੀਵ ਗੁਰੂ ਦੇ ਬਚਨਾਂ ਰਾਹੀਂ, ਗੁਰਬਾਣੀ ਰਾਹੀਂ ਅਕਾਲ ਪੁਰਖ ਵਾਹਿਗੁਰੂ ਨਾਲ ਸਾਧ ਸੰਗਤ ਜੀ ਜਾਣ ਪਛਾਣ ਬਣਾ ਲੈਂਦਾ ਹੈ, ਫਿਰ ਉਹਦੀ ਅਵਸਥਾ ਬਣਦੀ ਹੈ ਦੂਜੀ ਬਾਤ ਨਾ ਧਰਈ ਕਾਨਾ। ਉਹ ਗੁਰੂ ਦੇ ਬਚਨਾਂ ਨੂੰ ਛੱਡ ਕੇ ਫਿਰ ਕਿਸੇ ਦੂਜੀ ਗੱਲ ਵੱਲ ਕੰਨ ਨਹੀਂ ਧਰਦਾ। ਭਾਵ ਉਹਦੀ ਫਿਰ ਹੋਰ ਪਾਸੇ ਦੀ ਜਿਹੜੀ ਖਿੱਚ ਹੈ ਉਹ ਖਤਮ ਹੋ ਜਾਂਦੀ ਹੈ। ਵਾਹਿਗੁਰੂ। ਜਿਸ ਤਰ੍ਹਾਂ ਆਮ ਤੌਰ ਤੇ ਸਾਡੀ ਖਿੱਚ ਹੋਰ ਗੱਲਾਂ ਸੁਣਨ ਵਾਲੇ ਪਾਸੇ ਚਲੀ ਜਾਂਦੀ ਹੈ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਬੜਾ ਰਸ ਆਉਂਦਾ ਹੈ, ਇਸ ਤੋਂ ਇਲਾਵਾ ਨਿੰਦਾ ਚੁਗਲੀ ਦਾ ਵੀ ਆਪਣਾ ਰਸ ਹੈ। ਸਾਧ ਸੰਗਤ ਭਾਵੇਂ ਉਹ ਚਲੋ ਸਾਰਿਆਂ ਨੂੰ ਤੇ ਨਹੀਂ, ਪਰ ਵੈਸੇ ਨਿੰਦਾ ਦੇ ਰਸ ਨੂੰ ਵੀ ਬਾਣੀਕਾਰਾਂ ਨੇ ਵਿਆਪਕ ਰਸ ਮੰਨਿਆ। ਵਿਆਪਕ ਦਾ ਅਰਥ ਹੁੰਦਾ ਜਿਹੜਾ ਹਰ ਥਾਂ ਤੇ ਮੌਜੂਦ ਹੋਵੇ। ਵਾਹਿਗੁਰੂ। ਨਿੰਦਾ ਦਾ ਰਸ ਵੀ ਵਿਆਪਕ ਰਸ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਗੱਗੇ ਅੱਖਰ ਤੋਂ ਉਪਦੇਸ਼ ਬਖਸ਼ਦੇ ਹੋਏ, ਗੱਗਾ ਗੁਰ ਕੇ ਬਚਨ ਪਛਾਨਾ। ਗੁਰੂ ਦੇ ਬਚਨਾਂ ਰਾਹੀਂ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨਾਲ ਜਾਣ ਪਛਾਣ ਬਣਾ ਲਈ ਹੈ, ਉਹ ਫਿਰ ਦੂਜੀ ਬਾਤ ਨਾ ਧਰਈ ਕਾਨਾ। ਉਹ ਫਿਰ ਕਿਸੇ ਦੂਜੀ ਗੱਲ ਵਿੱਚ ਕੰਨ ਨਹੀਂ ਧਰਦੇ। ਉਹਨਾਂ ਦੀ ਸੁਰਤ, ਉਹਨਾਂ ਦਾ ਧਿਆਨ, ਜਾਂ ਕਹੀਏ ਆਪਣੀ ਸੁਣਨ ਸ਼ਕਤੀ ਦਾ ਉਹ ਸਦਉਪਯੋਗ ਕਰਦੇ ਨੇ, ਦੁਰਉਪਯੋਗ ਨਹੀਂ ਕਰਦੇ। ਸੰਸਾਰ ਵੱਲੋਂ ਇੱਕ ਕਿਸਮ ਦੇ ਉਹ ਬਹਿਰੇ ਹੋ ਜਾਂਦੇ ਨੇ, ਬੋਲੇ ਹੋ ਜਾਂਦੇ ਨੇ। ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਕਬੀਰ ਗੂੰਗਾ ਹੁਆ, ਬਾਵਰਾ ਬਹਿਰਾ ਹੁਆ ਕਾਨ। ਪਾਵਹੁ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਹੋਰ ਬਚਨ ਬੋਲਣ ਵਾਲੇ ਪਾਸਿਓਂ ਜੀਭ ਨੂੰ ਰੋਕ ਲੈਣਾ, ਗੂੰਗੇ ਹੋ ਜਾਣਾ। ਪਰਮਾਤਮਾ ਦੀਆਂ ਗੱਲਾਂ, ਗੁਰਬਾਣੀ, ਚੰਗੇ ਵਿਚਾਰ ਸੁਣਨ ਤੋਂ ਇਲਾਵਾ ਹੋਰ ਗੱਲਾਂ ਸੁਣਨੀਆਂ, ਹੋਰ ਤਰ੍ਹਾਂ ਵਿਚਾਰਾਂ ਸੁਣਨੀਆਂ, ਉਧਰੋਂ ਆਪਣੇ ਆਪ ਨੂੰ ਰੋਕ ਲੈਣਾ, ਇਹ ਮਾਨੋ ਬੋਲੇ ਹੋਣਾ।
ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਪਿਆ। ਔਰ ਪੈਰਾਂ ਤੋਂ ਉਹ ਮਨੁੱਖ ਮਾਨੋ ਲੂਲਾ ਹੋ ਗਿਆ ਹੈ, ਭਾਵ ਆਪਣੇ ਆਪ ਨੂੰ ਉਹਨੇ ਮੰਦੇ ਪਾਸੇ ਜਾਣ ਤੋਂ ਰੋਕ ਲਿਆ ਹੈ। ਪੈਰਾਂ ਨਾਲ ਸਤਸੰਗ ਵਿੱਚ ਆਉਂਦਾ ਹੈ, ਚੰਗੇ ਪਾਸੇ ਜਾਂਦਾ ਹੈ, ਪਰ ਹੁਣ ਆਪਣੇ ਆਪ ਨੂੰ ਮੰਦੇ ਪਾਸੇ ਜਾਣ ਤੋਂ, ਕੁਸੰਗਤ ਵਿੱਚ ਜਾਣ ਤੋਂ, ਸ਼ਰਾਬੀਆਂ ਜੁਆਰੀਆਂ ਦੀ ਸ਼ੋਭਤ ਵਿੱਚ ਜਾਣ ਤੋਂ ਪੈਰਾਂ ਨੂੰ ਰੋਕ ਲਿਆ ਹੈ। ਹੁਣ ਮਾਨੋ ਪੈਰਾਂ ਤੋਂ ਇਹ ਲੂਲਾ ਹੋ ਗਿਆ, ਪਿੰਗਲਾ ਹੋ ਗਿਆ। ਮਾਰਿਆ ਸਤਿਗੁਰ ਬਾਣ, ਇਹ ਸਤਿਗੁਰੂ ਨੇ ਮਾਨੋ ਸ਼ਬਦ ਰੂਪੀ ਇੱਕ ਤੀਰ ਮਾਰਿਆ ਹੈ। ਉਸ ਤੀਰ ਦੀ ਬਰਕਤ ਨਾਲ ਫਿਰ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਛੇਕ ਵਾਲੀ ਅਵਸਥਾ ਬਣ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਮਾਝ ਕੀ ਵਾਰ ਵਿੱਚ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਇਸੇ ਭਾਵ ਦੇ ਬਚਨ ਕੀਤੇ ਨੇ, ਜਿਸ ਤਰ੍ਹਾਂ ਅੱਜ ਕਬੀਰ ਸਾਹਿਬ ਕਹਿੰਦੇ ਨੇ ਵੀ ਜਦੋਂ ਬਾਣੀ ਰਾਹੀਂ ਕਿਸੇ ਦੀ ਜਾਣ ਪਛਾਣ ਪਰਮਾਤਮਾ ਨਾਲ ਬਣ ਜਾਏ ਤੇ ਫਿਰ ਉਹ ਵਿਅਕਤੀ ਆਪਣੇ ਜਿਹੜੇ ਇੰਦਰੇ ਨੇ, ਆਪਣੇ ਕੰਨ, ਆਪਣੀਆਂ ਅੱਖਾਂ, ਆਪਣੀ ਨਾਸਕਾ, ਆਪਣੀ ਰਸਨਾ, ਆਪਣੀ ਤਵਚਾ, ਇਹਨਾਂ ਨੂੰ ਮੰਦੇ ਪਾਸੇ ਜਾਣ ਤੋਂ ਰੋਕ ਕੇ ਚੰਗੇ ਪਾਸੇ ਲਗਾ ਲੈਂਦਾ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉੱਥੇ ਬਚਨ ਕੀਤਾ ਹੈ, ਅੱਖੀਂ ਬਾਝੋਂ ਵੇਖਣਾ, ਵਿਣ ਕੰਨਾ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੋਈ ਮਨੁੱਖ ਅੱਖਾਂ ਤੋਂ ਬਗੈਰ ਵੇਖ ਕਿਵੇਂ ਸਕਦਾ ਹੈ? ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਅੱਖੀਂ ਬਾਝੋਂ ਵੇਖਣਾ ਔਰ ਵਿਣ ਕੰਨਾ ਸੁਣਨਾ, ਭਾਵ ਅੱਖਾਂ ਨਾਲ ਪਰਾਏ ਰੂਪ ਨੂੰ ਮੈਲ ਨਾਲ ਨਾ ਤੱਕਣਾ, ਅੱਖਾਂ ਵਿੱਚ ਮੈਲ ਨਾ ਆਉਣ ਦੇਣੀ, ਅੱਖਾਂ ਵਿੱਚ ਵਕਾਰ ਨਾ ਆਉਣ ਦੇਣੇ। ਜੇ ਅੱਖਾਂ ਪਰਾਏ ਰੂਪ ਨੂੰ ਤੱਕ ਕੇ ਬੇਈਮਾਨ ਹੁੰਦੀਆਂ ਨੇ ਤੇ ਫਿਰ ਇਹ ਅੱਖਾਂ ਦਾ ਸਦ ਉਪਯੋਗ ਨਹੀਂ, ਇਹ ਦੁਰਉਪਯੋਗ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਇੱਥੇ ਅੱਖੀਂ ਬਾਝੋਂ ਵੇਖਣਾ ਦਾ ਬਚਨ ਕਰਕੇ ਉਪਦੇਸ਼ ਦੇ ਰਹੇ ਨੇ। ਅੱਖਾਂ ਨਾਲ ਚੰਗਾ ਵੇਖਣਾ ਹੈ, ਅੱਖਾਂ ਦਾ ਸਦ ਉਪਯੋਗ ਕਰਨਾ ਹੈ, ਦੁਰਉਪਯੋਗ ਨਹੀਂ ਕਰਨਾ। ਵਿਣ ਕੰਨਾ ਸੁਣਨਾ, ਪਰਮਾਤਮਾ ਦੀ ਗੱਲ ਨੂੰ ਸੁਣਨਾ ਹੈ, ਚੰਗੀ ਗੱਲ ਸੁਣਨੀ ਹੈ ਔਰ ਮਾੜੀ ਗੱਲ ਨਹੀਂ ਸੁਣਨੀ। ਸੋ ਅੱਖੀਂ ਬਾਝੋਂ ਵੇਖਣਾ, ਵਿਣ ਕੰਨਾ ਸੁਣਨਾ, ਕੰਨਾਂ ਨਾਲ ਨਿੰਦਾ ਨਹੀਂ ਸੁਣਨੀ, ਵਾਹਿਗੁਰੂ, ਕੰਨਾਂ ਨਾਲ ਚੰਗੇ ਬਚਨ ਸੁਣਨੇ ਨੇ,
ਗੁਰਬਾਣੀ ਸੁਣਨੀ ਹੈ, ਕਿਉਂਕਿ ਅੱਜ ਦਾ ਹੁਕਮ ਹੈ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਉਹ ਫਿਰ ਇੱਧਰ ਉੱਧਰ ਦੀਆਂ ਗੱਲਾਂ ਵੱਲ ਕੰਨ ਨਹੀਂ ਦਿੰਦਾ, ਧਿਆਨ ਨਹੀਂ ਦਿੰਦਾ, ਆਪਣਾ ਵਕਤ ਜ਼ਾਇਆ ਨਹੀਂ ਕਰਦਾ। ਅੱਖੀਂ ਬਾਝੋਂ ਵੇਖਣਾ, ਬਿਨ ਕੰਨਾ ਸੁਣਨਾ, ਕੰਨਾਂ ਨਾਲ ਨਿੰਦਾ ਨਾ ਸੁਣਨੀ। ਸਤ ਸੰਗਤ ਜਿਤਨੇ ਸਰੀਰ ਬੈਠੇ ਹੋ, ਸੁਰ ਤੇ ਜ਼ੋਰ ਦੇ ਕੇ ਬੇਨਤੀ ਸੁਣਿਓ। ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ। ਪੈਰਾਂ ਤੋਂ ਬਗੈਰ ਕੋਈ ਕਿਵੇਂ ਚੱਲ ਸਕਦਾ ਹੈ? ਅਰਥ ਇਹ ਹਨ ਕਿ ਪੈਰਾਂ ਨਾਲ ਚੱਲ ਕੇ ਮੰਦੇ ਪਾਸੇ ਨਹੀਂ ਜਾਣਾ। ਉਹੀ ਪੈਰ ਨੇ ਜਿਨ੍ਹਾਂ ਨਾਲ ਚੱਲ ਕੇ ਮਨੁੱਖ ਸਤ ਸੰਗਤ ਵਿੱਚ, ਗੁਰਦੁਆਰਾ ਸਾਹਿਬ ਵਿੱਚ ਆਉਂਦਾ ਹੈ। ਉਹੀ ਸਤ ਸੰਗਤ ਪੈਰ ਨੇ ਜਿਨ੍ਹਾਂ ਨਾਲ ਮਨੁੱਖ ਚੱਲ ਕੇ ਕਿਸੇ ਮੰਦੀ ਜਗ੍ਹਾ ਤੇ ਵੀ ਜਾਂਦਾ, ਕਿਸੇ ਲਿਕੁਇਡ ਸਟੋਰ ਦੇ ਸਾਹਮਣੇ ਹੱਥਾਂ ਵਿੱਚ ਰੁਪਈਏ ਪਕੜ ਕੇ ਠੇਕੇ ਤੇ ਖੜਾ ਹੁੰਦਾ ਹੈ, ਵਾਰੀ ਦੀ ਉਡੀਕ ਕਰਦਾ ਹੈ, ਕਿਉਂਕਿ ਵਾਰੀ ਤੇ ਠੇਕੇ 'ਚ ਲੈਣੀ ਪੈਂਦੀ ਹੈ। ਸਤਸੰਗ ਵਿੱਚ ਵਾਰੀ ਦੀ ਥੋੜਾ ਜ਼ਰੂਰਤ ਹੈ। ਇੱਥੇ ਤੇ ਕੋਈ ਵਿਰਲਾ ਵਿਰਲਾ ਹੁੰਦਾ ਹੈ, ਇਸ ਕਰਕੇ ਵਾਰੀ ਦੀ ਉਡੀਕਣ ਦੀ ਲੋੜ ਨਹੀਂ ਪੈਂਦੀ। ਪਰ ਕੁਸੰਗਤ ਵਾਲੇ ਪਾਸੇ, ਵਕਾਰਾਂ ਵਾਲੀ ਜਗ੍ਹਾ ਤੇ, ਗਲਤ ਮਲਤ ਖਾਣ ਪੀਣ ਵਾਲੀਆਂ ਜਗ੍ਹਾ ਤੇ ਉਹ ਵਸਤੂ ਪ੍ਰਾਪਤ ਕਰਨ ਲਈ ਵਾਰੀ ਲੈਣੀ ਪੈਂਦੀ ਹੈ। ਪੈਰਾਂ ਨਾਲ ਚੱਲ ਕੇ ਮੰਦੇ ਥਾਂ ਤੇ ਨਹੀਂ ਜਾਣਾ। ਅੱਖੀਂ ਬਾਝੋਂ ਵੇਖਣਾ, ਬਿਨ ਕੰਨਾ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ। ਭਾਵ ਹੱਥਾਂ ਨਾਲ ਕਿਸੇ ਦਾ ਨੁਕਸਾਨ ਨਾ ਕਰਨਾ, ਹੱਤਿਆ ਨਾ ਕਰਨੀ, ਚੋਰੀ ਨਾ ਕਰਨੀ, ਡਾਕਾ ਨਾ ਮਾਰਨਾ, ਹੱਥਾਂ ਨਾਲ ਸੇਵਾ ਕਰਨੀ, ਹੱਥਾਂ ਦਾ ਸਦਉਪਯੋਗ ਕਰਨਾ ਭਾਈ, ਧਰਮ ਦੀ ਕਿਰਤ ਕਰਨੀ, ਪਰਿਵਾਰ ਦੀ ਪਰਵਰਿਸ਼ ਕਰਨੀ, ਫਿਰ ਇਸੇ ਪ੍ਰਕਾਰ ਦੇਸ਼ ਕੌਮ ਦੀ ਸੇਵਾ ਕਰਨੀ, ਮਨੁੱਖਤਾ ਦੀ ਸੇਵਾ ਕਰਨੀ, ਉਹ ਹੱਥਾਂ ਦਾ ਸਦਉਪਯੋਗ ਹੈ ਭਾਈ। ਕਿਸੇ ਨੂੰ ਮਾਰਨਾ, ਕੁੱਟਣਾ, ਖੂਨ ਖਰਾਬਾ ਕਰਨਾ, ਚੋਰੀ ਕਰਨੀ, ਡਾਕੇ ਮਾਰਨੇ, ਇਹ ਹੱਥਾਂ ਦਾ ਸਾਧ ਸੰਗਤ ਦੁਰਉਪਯੋਗ ਹੈ। ਇਸ ਲਈ ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ। ਭਾਵ ਜੀਭ ਨਾਲ ਜਦੋਂ ਬੋਲਣਾ, ਚੰਗਾ ਬੋਲਣਾ। ਜੀਭ ਨਾਲ ਵਾਹਿਗੁਰੂ ਬੋਲਣਾ, ਜੀਭ ਨਾਲ ਸੋਹਣੇ ਬਚਨ ਬੋਲਣੇ, ਜਿਨ੍ਹਾਂ ਨੂੰ ਸੁਣ ਕੇ ਸੁਣਨ ਵਾਲੇ ਨੂੰ ਚੰਗਾ ਲੱਗੇ। ਵੇਖੋ ਸਾਧ ਸੰਗਤ, ਕਾਂ ਕਿਸੇ ਕੋਲੋਂ ਕੁਝ ਨਹੀਂ ਲੈਂਦਾ ਤੇ ਕੋਇਲ ਕਿਸੇ ਨੂੰ ਕੁਝ ਦਿੰਦੀ ਵੀ ਨਹੀਂ। ਪਰ ਇਹ ਵੀ ਸਚਾਈ ਹੈ ਵੀ ਲੋਕ ਕੋਇਲ ਨੂੰ ਪਸੰਦ ਕਰਦੇ ਨੇ, ਕਾਂ ਨੂੰ ਨਹੀਂ। ਕਊਆ ਕਾਂ ਕੋ ਲੇਤ ਹੈ, ਕੋਕਲ ਕਾਂ ਕੋ ਦੇਤ, ਮਿੱਠੀ ਬੋਲੀ ਬੋਲ ਕੇ ਸਭ ਕੋ ਮਨ ਹਿਰ ਲੇਤ। ਕਾਂ ਕਿਸੇ ਨੂੰ ਕੁਝ ਲੈਂਦਾ ਨਹੀਂ ਤੇ ਕੋਇਲ ਕਿਸੇ ਨੂੰ ਦਿੰਦੀ ਨਹੀਂ। ਮਸਲਾ ਸਿਰਫ ਜ਼ੁਬਾਨ ਦਾ ਹੈ। ਇੱਕ ਕੋਲ ਖਰਵੀ ਹੈ, ਕਠੋਰ ਹੈ, ਇੱਕ ਕੋਲ ਮਿੱਠੀ ਹੈ। ਇਸ ਵਾਸਤੇ ਜੀਭੈ ਬਾਝੋਂ ਬੋਲਣਾ ਦੇ ਅਰਥ ਨੇ ਸਾਧ ਸੰਗਤ ਜੀ, ਜੀਭ ਨਾਲ ਚੰਗਾ ਬੋਲਣਾ, ਜੀਭ ਨਾਲ ਕਿਸੇ ਦੀ ਨਿੰਦਾ ਨਾ ਕਰਨੀ, ਜੀਭ ਨਾਲ ਇਸ ਤਰ੍ਹਾਂ ਦਾ ਬਚਨ ਨਾ ਬੋਲਣਾ ਜਿਹਦੇ ਨਾਲ ਕਿਸੇ ਦਾ ਹਿਰਦਾ ਬਲੂੰਦਰਿਆ ਜਾਏ। ਕਈ ਵਾਰ
ਸਾਡੇ ਕੋਲੋਂ ਜਾਣੇ ਅਣਜਾਣੇ ਇਸ ਤਰ੍ਹਾਂ ਦੇ ਬਚਨ, ਇਸ ਤਰ੍ਹਾਂ ਦੀਆਂ ਗੱਲਾਂ ਸਾਧ ਸੰਗਤ ਮੂੰਹੋਂ ਨਿਕਲ ਜਾਂਦੀਆਂ ਨੇ ਜਿਹਦੇ ਨਾਲ ਕਿਸੇ ਦਾ ਹਿਰਦਾ ਵਿਲੁੰਦਰਿਆ ਜਾਂਦਾ। ਤੁਸੀਂ ਉਹ ਕਥਾ ਸੁਣੀ ਹੈ ਨਾ, ਹਜ਼ਰਤ ਮੂਸਾ ਯਹੂਦੀਆਂ ਦੇ ਪੈਗੰਬਰ, ਉਹ ਜਦੋਂ ਇਕਾਗਰਤਾ ਵਿੱਚ ਬੈਠਦੇ ਹੁੰਦੇ ਸਨ ਤੇ ਉਹਨਾਂ ਨੂੰ ਇਲਹਾਮ ਹੁੰਦਾ ਸੀ, ਆਕਾਸ਼ਬਾਣੀ ਹੁੰਦੀ ਸੀ ਔਰ ਨਿਰੰਕਾਰ ਨਾਲ ਬਚਨ ਬਲਾਸ ਹੁੰਦੇ ਸਨ। ਸਾਧ ਸੰਗਤ, ਤੇ ਅੱਜ ਕੀ ਹੋਇਆ ਵੀ ਜਾ ਰਹੇ ਸਨ ਤੇ ਇੱਕ ਭੇਡਾਂ ਚਾਰਨ ਵਾਲਾ ਆਜੜੀ ਭੇਡਾਂ ਚਾਰਦਾ ਵੱਟ ਦੇ ਉੱਤੇ, ਮਿਆਲ ਦੇ ਉੱਤੇ ਬੈਠਾ, ਤੇ ਬੈਠੇ ਬੈਠੇ ਦੀ ਸੁਰਤ ਜੁੜ ਗਈ ਤੇ ਕਹਿਣ ਲੱਗਾ ਵੀ ਯਾ ਖੁਦਾ, ਜੇ ਤੂੰ ਕਿਤੇ ਮੇਰੇ ਕੋਲ ਆਵੇਂ ਨਾ, ਮੈਨੂੰ ਦਰਸ਼ਨ ਦੇ ਤੇ ਮੈਂ ਤੈਨੂੰ ਆਪਣੀਆਂ ਭੇਡਾਂ ਦਾ ਦੁੱਧ ਪਿਆਵਾਂ ਤੇ ਤੈਨੂੰ ਮੈਂ ਮਲ ਮਲ ਕੇ ਨਵਾ ਕੇ ਤੇਰੀ ਸਾਰੀ ਮੈਲ ਲਾ ਦਿਆਂ, ਤੈਨੂੰ ਮੈਂ ਇਦਾਂ ਕਰਾਂ, ਤੈਨੂੰ ਮੈਂ ਉਦਾਂ ਕਰਾਂ। ਮੂਸਾ ਸੁਣ ਰਿਹਾ ਸੀ, ਪੈਗੰਬਰ ਸੀ। ਮੂਸਾ ਕਹਿਣ ਲੱਗਾ, ਇਹ ਕੀ ਕਹਿ ਰਿਹਾ, ਮੈਂ ਤੈਨੂੰ ਭੇਡਾਂ ਦਾ ਦੁੱਧ ਪਿਆਵਾਂ, ਮੈਂ ਮਲ ਮਲ ਕੇ ਨਵਾ ਕੇ ਤੇਰੀ ਮੈਲ ਲਾ ਦਿਆਂ। ਰੱਬ ਨੂੰ ਕੋਈ ਮੈਲ ਲੱਗੀ ਏ? ਫਿਰ ਰੱਬ ਤੇਰੀਆਂ ਭੇਡਾਂ ਦੇ ਬਾਕੜੇ ਹੋਏ ਦੁੱਧ ਦਾ ਭੁੱਖਾ ਹੈ? ਕੰਬਖਤ ਨਾ ਹੋਵੇ ਤੇ ਰੱਬ ਨੂੰ ਏਦਾਂ ਕਹੀਦਾ। ਉਹ ਠਿਠਕ ਗਿਆ ਤੇ ਮੂਸਾ ਉੱਥੋਂ ਰੁਖਸਤ ਹੋ ਗਿਆ। ਪਰ ਪਿਆਰਿਓ, ਅੱਜ ਜਦੋਂ ਹਜ਼ਰਤ ਮੂਸਾ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰਨੀ ਚਾਹ ਰਿਹਾ ਸੀ ਵੀ ਮੈਨੂੰ ਪਰਮਾਤਮਾ ਨਾਲ ਸੰਪਰਕ ਬਣੇ, ਅੱਜ ਕੰਟੈਕਟ ਨਹੀਂ ਸੀ ਹੋ ਰਿਹਾ। ਔਰ ਕੋਈ ਗੱਲ ਨਹੀਂ ਸਾਧ ਸੰਗਤ, ਤੁਸੀਂ ਜੁੜੇ ਰਹੋ, ਸੁਰਤ ਇਸ ਪਾਸੇ ਨਾ ਲਿਜਾਓ, ਸ਼ਬਦ ਵਿੱਚ ਹੀ ਸੁਰਤ ਰੱਖੋ। ਇੱਕ ਵਾਰੀ ਸਾਰੇ ਆਖੋ ਸਤਨਾਮ ਸ੍ਰੀ। ਅੱਜ ਹਜ਼ਰਤ ਮੂਸਾ ਦਾ ਧਿਆਨ ਨਹੀਂ ਜੁੜਦਾ। ਅਰਦਾਸ ਕੀਤੀ, ਯਾ ਖੁਦਾ, ਮੈਥੋਂ ਕੀ ਭੁੱਲ ਹੋ ਗਈ ਏ? ਤੇ ਆਵਾਜ਼ ਆਈ, ਮੂਸਾ, ਅੱਜ ਤੂੰ ਇੱਕ ਹਿਰਦਾ ਦੁਖਾਇਆ ਹੈ, ਇੱਕ ਹਿਰਦਾ ਦੁਖਾਇਆ ਤੂੰ। ਉਹ ਹਿਰਦਾ ਦੁਖਾਣ ਕਰਕੇ ਮੈਂ ਤੇਰੇ ਨਾਲ ਨਾਰਾਜ਼ ਹਾਂ। ਤੁਸੀਂ ਸ਼ੇਖ ਸਾਹਿਬ ਦੇ ਬਚਨ ਤੇ ਭੋਗਾਂ ਵੇਲੇ ਸੁਣਦੇ ਹੋ, ਜਦੋਂ ਆਪ ਜੀ ਕਹਿੰਦੇ ਨੇ, ਜੇ ਤੋ ਪਿਰਿਆ ਦੀ ਸਿੱਖ ਹੀ ਆਓ, ਨਾ ਠਾਹੇ ਕਹੀਂ ਦਾ। ਕਿਸੇ ਦੇ ਹਿਰਦੇ ਨੂੰ ਠਾਹੇ, ਠਾ ਨਾ ਕਰ, ਹਾਟ ਨਾ ਕਰ, ਹਿਰਦਾ ਨਾ ਵਲੂੰਦਰ। ਜੇ ਤੇਰੇ ਅੰਦਰ ਪਿਆਰੇ ਨੂੰ ਮਿਲਣ ਦੀ ਸਿੱਖ ਹੈ, ਜੇ ਤੂੰ ਪਿਆਰੇ ਨੂੰ ਮਿਲਣਾ ਚਾਹੁੰਦਾ ਹੈ, ਤੇ ਇੱਕ ਕੰਮ ਕਰੀ, ਅੱਜ ਤੋਂ ਬਾਅਦ ਕਿਸੇ ਦਾ ਦਿਲ ਨਾ ਤੋੜੀ, ਕਿਸੇ ਨੂੰ ਖਰਵੇ ਬੋਲ ਨਾ ਬੋਲ। ਉਹ ਬੋਲ ਨਾ ਬੋਲੀ ਜਿਹਦੇ ਨਾਲ ਅਗਲੇ ਦਾ ਹਿਰਦਾ ਵਲੂੰਦਰਿਆ ਜਾਏ। ਸਾਧ ਸੰਗਤ ਜੀ, ਇਹਨੂੰ ਕਹਿੰਦੇ ਨੇ ਜੀਭੇ ਬਾਝੋਂ ਬੋਲਣਾ। ਔਰ ਸਾਨੂੰ ਜ਼ਰੂਰ ਇਹ ਆਤਮ ਮੰਥਨ ਵੀ ਕਰਨਾ ਚਾਹੀਦਾ ਵੀ ਕਿਤੇ ਸਾਡੇ ਕੋਲੋਂ ਜਾਣੇ ਅਣਜਾਣੇ ਕਿਸੇ ਦਾ ਹਿਰਦਾ ਵਲੂੰਦਰਿਆ ਤੇ ਨਹੀਂ ਜਾਂਦਾ। ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ। ਹੁਣ ਧਿਆਨ ਦਿਆ ਜੇ ਇਹਦੇ ਚ ਹੁਕਮ ਕਿੱਥੋਂ ਆ ਗਿਆ। ਭਾਈ ਪਰਮਾਤਮਾ ਦਾ ਜਿਵੇਂ ਹੁਕਮ ਹੈ ਇਹਨਾਂ ਇੰਦਰੀਆਂ ਨੂੰ ਵਰਤਨ ਦਾ, ਇਹਨਾਂ ਇੰਦਰੀਆਂ ਦੀ ਉਹਦੇ ਹੁਕਮ ਵਿੱਚ ਵਰਤੋਂ ਕਰਨੀ ਹੈ, ਤਾਂ ਖਸਮੈ ਮਿਲਣਾ ਵਾਲੀ ਅਵਸਥਾ ਬਣੇਗੀ। ਨਾਨਕ ਇੱਥੇ ਜਮਕੀ ਦੇਣੀ ਹੈ, ਹੁਕਮ ਪਛਾਣ ਕੇ ਤਉ ਖਸਮੈ ਮਿਲਣਾ, ਯਾਨੀ ਕਿ ਇਹਨਾਂ ਇੰਦਰੀਆਂ ਨੂੰ ਉਹਦੇ ਹੁਕਮ ਵਿੱਚ ਰੱਖਣਾ। ਕੰਨ, ਅੱਖਾਂ, ਹੱਥ, ਪੈਰ। ਅੱਜ ਮਹਾਰਾਜ ਨੇ ਕਰਮ ਇੰਦਰੀਆਂ ਦੀ ਗੱਲ ਕੀਤੀ ਹੈ ਜਿਆਦੀ। ਸਾਧ ਸੰਗਤ, ਹੱਥ ਕਰਮ ਇੰਦਰੀਆਂ ਚ ਆਉਂਦੇ ਨੇ, ਇਹ ਕਰਮ ਕਰਦੇ ਨੇ ਨਾ। ਪੈਰ ਵੀ ਕਰਮ ਇੰਦਰੀਆਂ ਚ ਆਉਂਦੇ ਨੇ, ਜੀਭ ਵੀ ਕਰਮ ਕਰਦੀ ਹੈ, ਕੌੜਾ ਵੀ ਬੋਲਦੀ ਹੈ, ਮਿੱਠਾ ਵੀ ਬੋਲਦੀ ਹੈ। ਇਸੇ ਤਰ੍ਹਾਂ ਇਹ 5 ਕਰਮ ਇੰਦਰੀ ਨੇ, 5 ਗਿਆਨ ਇੰਦਰੀ ਨੇ,
ਕੁੱਲ ਫਿਰ 10 ਇੰਦਰੀਆਂ ਬਣ ਜਾਂਦੀਆਂ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੱਗਾ ਗੱਗੇ ਅੱਖਰ ਤੋਂ ਉਪਦੇਸ਼ ਹੈ, ਗੁਰ ਕੇ ਬਚਨ ਪਛਾਨਾ। ਜਿਨੇ ਗੁਰਬਾਣੀ ਰਾਹੀਂ ਪ੍ਰਮਾਤਮਾ ਨਾਲ ਜਾਣ ਪਛਾਣ ਬਣਾ ਲਈਏ, ਦੂਜੀ ਬਾਤ ਨਾ ਧਰੇ ਹੀ ਕਾਨਾ। ਉਹ ਫਿਰ ਹੋਰ ਇੱਧਰ ਉੱਧਰ ਦੀਆਂ ਗੱਲਾਂ ਵਾਲੀ ਉਹਦੀ ਖਿੱਚ ਖਤਮ ਹੋ ਜਾਂਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਨੇ ਵੀ ਉਹਦੀ ਜਿਹੜੀ ਖਿੱਚ, ਇੱਕ ਖਿੱਚ ਹੁੰਦੀ ਹੈ ਨਾ, ਵੀ ਚਲੋ ਉੱਥੇ ਬੈਠੀਏ, ਫਲਾਣੇ ਵੀਰ ਕੋਲ ਚੱਲਨੇ ਆ, ਫਲਾਣੀ ਭੈਣ ਕੋਲ ਚੱਲਨੇ ਆ ਤੇ ਗੱਲਾਂ ਬਾਤਾਂ ਕਰਾਂਗੇ। ਉਹ ਇੱਕ ਖਿੱਚ ਹੁੰਦੀ ਹੈ ਸਾਧ ਸੰਗਤ ਜੀ, ਉਹ ਖਿੱਚ ਸਾਨੂੰ ਖਿੱਚ ਕੇ ਲੈ ਜਾਂਦੀ ਹੈ। ਹੁਣ ਜੇ ਤੇ ਉੱਥੇ ਗੱਲਾਂ ਬਾਤਾਂ ਗੁਰਮਤਿ ਅਨੁਸਾਰ ਹੋਣ ਤੇ ਉਹ ਸਤਸੰਗ ਬਣ ਜਾਂਦਾ। ਇੱਕ ਸਿੱਖ ਦੋਏ ਸਾਧ ਸੰਗਤ ਪੰਜੀ ਪਰਮੇਸ਼ਰ। ਜੇ ਤੇ ਉੱਥੇ ਗੱਲਾਂ ਬਾਤਾਂ ਚੰਗੀਆਂ ਹੋਣ ਨਾ ਜੀ, ਫਿਰ ਉਹ ਸਤਸੰਗ ਬਣ ਜਾਂਦਾ। ਤੇ ਜੇ ਗੱਲਾਂ ਇੱਧਰ ਉੱਧਰ ਦੀਆਂ ਹੋਣ ਤੇ ਫਿਰ ਉਹਨਾਂ ਦਾ ਲਾਭ ਕੋਈ ਨਹੀਂ ਹੁੰਦਾ, ਪਾਣੀ ਵਿੱਚ ਮਧਾਣੀ ਪਾਉਣ ਵਾਲੀ ਗੱਲ। ਫਿਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਵੀ ਬੋਲਤ ਬੋਲਤ ਬੜੇ ਬਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨੰਡ। ਕਬੀਰ ਸਾਹਿਬ ਕਹਿੰਦੇ ਖਾਲੀ ਘੜੇ ਨੂੰ ਇਹੋ ਠਣਕਾਓ, ਬੜੀ ਆਵਾਜ਼ ਆਵੇਗੀ। ਤੇ ਜਿਹੜਾ ਭਰਿਆ ਹੋਇਆ ਕਿਸੇ ਠੋਸ ਚੀਜ਼ ਨਾਲ, ਮੰਨ ਲਿਆ ਉਹਦੇ ਚ ਅਨਾਜ ਪਿਆ ਜਾਂ ਪਾਣੀ ਪਿਆ, ਲਿਕੁਇਡ ਚੀਜ਼ ਕੋਈ ਪਈ, ਉਹਨੂੰ ਤੁਸੀਂ ਠਣਕਾਓ, ਉਹਦੀ ਆਵਾਜ਼ ਨਹੀਂ ਆਵੇਗੀ। ਮੇਰੇ ਵਰਗੇ ਖਾਲੀ ਘੜੇ ਜ਼ਿਆਦਾ ਬੋਲਦੇ ਨੇ, ਜਿਹੜੇ ਭਰੇ ਹੋਏ ਨੇ ਉਹ ਨਹੀਂ ਬੋਲਦੇ ਬਹੁਤਾ, ਉਹ ਟਿਕ ਜਾਂਦੇ ਨੇ। ਦਿਸੈ ਸੁਣੀਐ ਜਾਣੀਐ ਸਾਊ ਨਾ ਪਾਇਆ ਜਾਏ, ਰੂਲਾ ਟੁੰਡਾ ਅੰਧੁਲਾ ਕਿਉਂ ਗਲ ਲੱਗੈ ਧਾਏ। ਪੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹੈ ਸਿਆਣੀਏ ਇਮ ਕੰਤ ਮਿਲਾਵਾ ਹੋਏ। ਮੈਂ ਜਿਹੜੀ ਮੂਲ ਪੰਕਤੀ ਨੂੰ ਤੁਹਾਡੇ ਸਾਹਮਣੇ ਐਕਸਪਲੇਨ ਕਰ ਰਿਹਾ, ਫਿਰ ਧਿਆਨ ਦਵਾ ਦਿਆਂ। ਜਦੋਂ ਗੁਰ ਕੇ ਬਚਨ ਰਾਹੀਂ ਪ੍ਰਮਾਤਮਾ ਨੂੰ ਪਛਾਣ ਲਿਆ, ਫਿਰ ਦੂਜੀ ਬਾਤ ਨਾ ਧਰੇ ਹੀ ਕਾਨਾ। ਫਿਰ ਦੂਜੀਆਂ ਗੱਲਾਂ ਵਿੱਚ ਖਿੱਚ ਮੁੱਕ ਜਾਂਦੀ। ਇੰਦਰੇ ਹੋਰ ਪਾਸੇ ਭੱਜਣੋਂ ਖੜ ਜਾਂਦੇ ਨੇ ਤੇ ਸਾਰੇ ਇੰਦਰੇ ਇੱਧਰ ਆ ਜਾਂਦੇ ਨੇ। ਜਿਵੇਂ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਫਿਰ ਨੇਤਰੀ ਸਤਗੁਰ ਪੇਖਣਾ, ਔਰ ਸਰਵਣੀ ਸੁਣਨਾ ਗੁਰ ਨਾਉ। ਵੇਖੋ ਕਿੰਨੇ ਇੰਦਰੇ ਚੰਗੇ ਪਾਸੇ ਲੱਗ ਗਏ। ਅੰਤਰ ਗੁਰ ਆਰਾਧਨਾ, ਅੰਦਰ ਹਿਰਦੇ ਚ ਉਹਦੀ ਆਰਾਧਨਾ ਚੱਲ ਰਹੀ ਹੈ। ਜੇਵਾ ਜਪ ਗੁਰ ਨਾਉ, ਜੀਭ ਨਾਲ ਗੁਰੂ ਗੁਰੂ ਜਪਿਆ ਜਾ ਰਿਹਾ। ਨੇਤਰੀ ਸਤਗੁਰ ਪੇਖਣਾ, ਆਪਣੀਆਂ ਅੱਖਾਂ ਨਾਲ ਗੁਰੂ ਨੂੰ ਵੇਖਿਆ ਜਾ ਰਿਹਾ, ਅੱਖਾਂ ਸਫਲ ਹੋ ਰਹੀਆਂ ਨੇ। ਤੇ ਸਰਵਣੀ ਸੁਣਨਾ ਗੁਰ ਨਾਉ, ਕੰਨਾਂ ਨਾਲ ਪਾਠ ਕੀਰਤਨ ਕਥਾ ਸੁਣ ਰਹੇ, ਕੰਨ ਵੀ ਪਵਿੱਤਰ ਹੋ ਰਹੇ ਨੇ। ਫਿਰ ਹਜ਼ੂਰ ਕੀ ਗਰੰਟੀ ਦਿੰਦੇ ਨੇ, ਸਤਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ। ਬਈ ਜਿਹੜੇ ਆਪਣੇ ਸਾਰੇ ਹੀ ਇੰਦਰੀਆਂ ਨੂੰ ਇਸ ਪਾਸੇ ਲਾ ਦਿੰਦੇ ਨੇ, ਉਹਨਾਂ ਨੂੰ ਦਰਗਾਹ 'ਚ ਥਾਂ ਮਿਲ ਜਾਂਦੀ। ਜਦੋਂ ਕਬੀਰ ਸਾਹਿਬ ਕਹਿੰਦੇ ਨੇ, ਦੀਨ ਦਇਆਲ ਭਰੋਸਾ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਉਹ ਕਿਹੜਾ ਪਰਿਵਾਰ ਹੈ ਜੀ ਪਿਆਰਿਓ? ਇੰਦਰੀਆਂ ਦਾ ਪਰਿਵਾਰ ਹੈ। ਉਹ ਬੇਟੀ ਬੇਟਾ, ਪਤੀ ਪਤਨੀ, ਮਾਂ ਪਿਓ, ਭੈਣ ਭਰਾ, ਉਹ ਪਰਿਵਾਰ ਨਹੀਂ। ਮਨ ਮੁਖੀ ਹੈ ਪਰਿਵਾਰ ਦਾ, ਔਰ ਇੰਦਰੇ ਉਹਦੇ ਮੈਂਬਰ ਨੇ। ਇੰਦਰੇ ਕਰਮ ਇੰਦਰੇ, ਗਿਆਨ ਇੰਦਰੇ, ਉਹ ਪਰਿਵਾਰਕ ਮੈਂਬਰ ਨੇ। ਔਰ ਮਨ ਜਿਹੜਾ ਇਹਨਾਂ ਸਾਰਿਆਂ ਦਾ ਗਾਰਡੀਅਨ ਹੈ, ਇਹ ਮੁਖੀ ਹੈ ਘਰ ਦਾ। ਔਰ ਕਬੀਰ ਸਾਹਿਬ ਕਹਿੰਦੇ ਨੇ, ਤੇਰੇ ਭਰੋਸੇ ਤੇ ਮੈਂ ਸਾਰੇ ਪਰਿਵਾਰ ਨੂੰ ਤੇਰੇ ਬੇੜੇ ਦੇ ਉੱਤੇ ਚਾੜ ਦਿੱਤਾ ਹੈ। ਜਾਂ ਤੇ ਸੁਭਾਵੈ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾ। ਜੇ ਤੈਨੂੰ ਚੰਗਾ ਲੱਗੇ ਤੇ ਮੇਰੇ ਕੰਨ, ਅੱਖਾਂ, ਨਾਸਕਾ, ਰਸਨਾ, ਹੱਥ ਪੈਰ, ਇਹਨਾਂ ਨੂੰ ਆਪਣੇ ਹੁਕਮ 'ਚ ਤੋਰ ਲੈ। ਜੋ ਸੁਣਨਾ ਚਾਹੀਦਾ ਹੈ ਸੁਣਨ, ਜੋ ਵੇਖਣਾ ਚਾਹੀਦਾ ਹੈ ਵੇਖਣ, ਜੋ ਕਰਨਾ ਚਾਹੀਦਾ ਹੈ ਕਰਨ, ਜਿੱਥੇ ਜਾਣਾ ਚਾਹੀਦਾ ਹੈ ਉੱਥੇ ਜਾਣ। ਮੇਰੇ ਇੰਦਰੇ ਤੇਰੇ ਹੁਕਮ ਵਿੱਚ ਆ ਜਾਣ ਤੇ ਫਿਰ ਮੇਰਾ ਵੀ ਬੇੜਾ ਪਾਰ ਹੋ ਜਾਏ। ਜਾਂ ਤੇ ਸੁਭਾਵੈ ਤਾਂ ਹੁਕਮ ਮਨਾਵੇ, ਔਰ ਇਸ ਬੇੜੇ ਕੋ ਪਾਰ ਲੰਘਾਵੇ। ਫਿਰ ਮੇਰਾ ਇਹ ਕਰਮ ਇੰਦਰੀਆਂ ਦਾ ਪਰਿਵਾਰ ਜਿਹੜਾ ਹੈ, ਇਹਨਾਂ ਦਾ ਜਿਹੜਾ ਬੇੜਾ ਹੈ ਉਹ ਪਾਰ ਹੋ ਜਾਏਗਾ। ਤੋ ਇਸ ਪ੍ਰਕਾਰ ਹੁਣ ਗੁਰੂ ਅੰਗਦ ਸਾਹਿਬ ਦੂਜੇ ਸ਼ਲੋਕ 'ਚ ਬਖਸ਼ਿਸ਼ ਕਰ ਰਹੇ ਨੇ, ਦਿਸੈ ਸੁਣੀਐ
ਜਾਣੀਏ। ਵੇਖੋ ਕੁਦਰਤ ਵਿੱਚੋਂ ਕਾਦਰ ਦਿਸਦਾ ਵੀ ਹੈ, ਆਪਾਂ ਮਹਿਸੂਸ ਕਰਨੇ ਆ। ਦਿਸਦਾ, ਸੁਣੀਏ ਔਰ ਸੁਣਨੇ ਵੀ ਆ। ਕੁਦਰਤ ਵਿੱਚੋਂ ਉਹਦੀਆਂ ਆਵਾਜ਼ਾਂ ਸੁਣਦੀਆਂ ਨੇ। ਜਾਣੀਏ ਔਰ ਇਹ ਗੱਲ ਸਮਝ ਵਿੱਚ ਵੀ ਆਉਂਦੀ ਹੈ ਵੀ ਕਾਦਰ ਕੁਦਰਤ ਵਿੱਚ ਬੈਠਾ ਹੋਇਆ ਚੌਂਕੜੀ ਮਾਰ ਕੇ। ਸਾਊ ਨਾ ਪਾਇਆ ਜਾਏ, ਪਰ ਫਿਰ ਵੀ ਉਹਦਾ ਮਿਲਾਪ ਕਿਉਂ ਨਹੀਂ ਹੁੰਦਾ, ਪ੍ਰਾਪਤ ਕਿਉਂ ਨਹੀਂ ਹੁੰਦਾ? ਬੜਾ ਸੋਹਣਾ ਪ੍ਰਸ਼ਨ ਹੈ ਤੇ ਬੜੇ ਸੋਹਣੇ ਉੱਤਰ ਨੇ। ਔਰ ਮੂਲ ਵਚਨ ਜਿਹੜਾ ਹੈ ਉਹ ਇਹ ਹੈ ਵੀ ਜਦੋਂ ਗੱਲ ਬਣ ਜਾਂਦੀ ਏ ਫਿਰ ਇੰਦਰੇ ਹੋਰ ਪਾਸੇ ਨਹੀਂ ਭਟਕਦੇ। ਇੰਦਰੇ ਫਿਰ ਇੱਕ ਅਵਸਥਾ ਬਣਦੀ ਏ ਗੁਰਮੁਖੋ, ਇਹ ਕਹਿਣ ਦੀਆਂ ਗੱਲਾਂ ਨਹੀਂ ਗੀਆਂ। ਜਦੋਂ ਬਾਣੀ ਮਿੱਠੀ ਲੱਗਣ ਲੱਗ ਪੈਂਦੀ ਸੱਚੀ ਮੁੱਚੀ, ਇੱਕ ਅਵਸਥਾ ਬਣਦੀ ਏ ਜਦੋਂ ਬਾਣੀ ਨਾ ਪੜ੍ਹੀ ਜਾਏ ਤੇ ਲੱਗਦਾ ਵੀ ਅੱਜ ਕੁਝ ਗਵਾਚ ਗਿਆ, ਕੁਝ ਰਹਿ ਗਿਆ ਹੈ। ਅੱਜ ਇਦਾਂ ਲੱਗਦਾ ਵੀ ਜਿਵੇਂ ਕੋਈ ਕੰਮ ਮਿਸ ਹੋ ਗਿਆ ਹੋਵੇ। ਮਨ ਜਾਗੇ ਕਿ ਇਹ ਨਿਸ਼ਾਨੀ ਫਿਰ ਲੱਗ ਗਏ ਸਤਿਗੁਰ ਕੀ ਬਾਣੀ। ਜਾਗੇ ਹੋਏ ਮਨ ਦੀ ਨਿਸ਼ਾਨੀ ਹੈ ਬਾਣੀ ਪਿਆਰੀ ਲੱਗਦੀ ਹੈ, ਬਾਣੀ ਮਿੱਠੀ ਲੱਗਦੀ ਹੈ। ਫਿਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਦੇ। ਇਹ ਬਾਣੀ ਮੈਨੂੰ ਬੜੀ ਪਿਆਰੀ ਲੱਗਦੀ ਹੈ, ਇਹ ਅੰਮ੍ਰਿਤ ਵਿੱਚ ਸਰਾਬੌਰ ਹੈ। ਗੁਰੂ ਨੇ ਅੱਖ ਝਮਕਣ ਜਿੰਨਾ ਸਮਾਂ ਵੀ ਗੁਰਬਾਣੀ ਨੂੰ ਵਿਸਾਰਿਆ ਨਹੀਂ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਮਨ ਵਿੱਚੋਂ ਬਾਣੀ ਨੂੰ ਕਦੀ ਵਿਸਾਰਿਆ ਹੀ ਨਹੀਂਗਾ। ਖਿਨ ਰਮ ਗੁਰ ਗਮ ਹਰ ਦਮ ਨਹਿ ਜਮ। ਉਦੋਂ ਪਹਿਲਾਂ ਰਹਾਉ ਵਾਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਨੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਇਸ ਗੁਰਬਾਣੀ ਦੇ ਦਰਸ਼ਨ ਕਰੀਏ। ਦਰਸ਼ਨ ਪਰਸਨ ਅੱਗੇ ਫਿਰ ਸਰਸਨ ਹਰਸਨ। ਦਰਸ਼ਨ ਨਾਲ ਸਰਸਨ ਹੋ ਜਾਂਦਾ ਹੈ, ਰਸ ਨਾਲ ਭਰ ਜੀਦਾ, ਤੇ ਪਰਸਨ ਨਾਲ ਹਰਸ਼ਨ ਹੋ ਜਾਂਦਾ, ਹਰਸ਼ ਆ ਜਾਂਦਾ, ਖੁਸ਼ੀ ਆ ਜਾਂਦੀ ਹੈ। ਦਰਸ਼ਨ ਪਰਸਨ ਸਰਸਨ ਹਰਸਨ, ਦਰਸ਼ਨ ਸਰਸਨ ਪਰਸਨ ਹਰਸਨ। ਅਰਥ ਰੰਗ ਰੰਗੀ ਕਰਤਾਰੀ ਰੇ, ਇਹ ਬਾਣੀ ਕਰਤਾਰ ਦੇ ਰੰਗ ਵਿੱਚ ਰੰਗੀ ਹੋਈ ਹੈ। ਖਿਨ ਰਮ ਗੁਰ ਗਮ ਹਰ ਦਮ ਨਹਿ ਜਮ। ਜੇ ਕੋਈ ਖਿਣ ਜਿੰਨਾ ਸਮਾਂ ਇਹਦੇ ਵਿੱਚ ਰਮ ਜਾਏ ਤੇ ਉਹਦੀ ਗੁਰੂ ਤੱਕ ਗਮਤਾ ਹੋ ਜਾਂਦੀ, ਗੁਰੂ ਤੱਕ ਪਹੁੰਚ ਹੋ ਜਾਂਦੀ ਹੈ। ਔਰ ਜੇ ਕੋਈ ਹਰ ਵਕਤ ਇਸ ਬਾਣੀ ਨੂੰ ਪੜ੍ਹਦਾ ਰਹੇ ਤੇ ਉਹਦਾ ਜਮਾਂ ਦਾ ਵਾਸਤਾ ਮੁੱਕ ਜਾਂਦਾ। ਹਰ ਕੰਠ ਨਾਨਕ ਔਰ ਹਾਰੀ ਰੇ, ਇਸ ਲਈ ਮੈਂ ਤੇ ਇਸ ਬਾਣੀ ਨੂੰ ਕੰਠ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਹੁਣ ਮੈਂ ਕਿਸੇ ਦੂਜੀ ਗੱਲ ਵੱਲ ਸੁਰਤ ਨਹੀਂ ਲਿਜਾਂਦਾ। ਗੁਰੂ ਅੰਗਦ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਦਿਸੈ ਸੁਣੀਏ ਜਾਣੀਏ ਸਾਊ ਨਾ ਪਾਇਆ ਜਾਏ। ਉਹ ਅਕਾਲ ਪੁਰਖ ਸਾਨੂੰ ਕੁਦਰਤ ਵਿੱਚੋਂ ਦਿਸਦਾ ਵੀ ਹੈ। ਸੁਣੀਏ ਮੈਨੇ, ਅਸੀਂ ਕੁਦਰਤ ਵਿੱਚੋਂ ਉਹਨੂੰ ਸੁਣਨੇ ਵੀ ਆ, ਮਹਿਸੂਸ ਵੀ ਕਰਨੇ ਆ। ਤੇ ਜਾਣੀਏ ਮੈਨੇ, ਅਸੀਂ ਉਹਨੂੰ ਜਾਣਨੇ ਵੀ ਆ, ਪਰ ਪ੍ਰਾਪਤ ਨਹੀਂ ਹੁੰਦਾ। ਕਿਉਂ ਪ੍ਰਾਪਤ ਨਹੀਂ ਹੁੰਦਾ? ਸਾਧ ਸੰਗਤ ਧਿਆਨ ਦਿਆ ਜੇ। ਹਜ਼ੂਰ ਕਹਿੰਦੇ ਨੇ ਤੈਨੂੰ ਪ੍ਰਾਪਤ ਕਿਵੇਂ? ਤੂੰ ਉਹਦੇ ਗਲ ਨਾਲ ਜਾ ਕੇ ਕਿਵੇਂ ਲੱਗ ਸਕਣਾ? ਤੂੰ ਨਹੀਂ ਲੱਗ ਸਕਦਾ। ਕਿਉਂਕਿ ਤੂੰ ਟੁੰਡਾ ਵੀ ਹੈ, ਲੂਲਾ ਵੀ ਹੈ ਔਰ ਅੰਨਾ ਵੀ ਹੈ।
ਇੱਕ ਬੰਦੇ ਨੂੰ ਦਿਸਦਾ ਵੀ ਨਾ ਹੋਵੇ, ਉਹਦੇ ਤੋਂ ਤੁਰਿਆ ਵੀ ਨਾ ਜਾਂਦਾ ਹੋਵੇ, ਉਹਦੇ ਹੱਥ ਵੀ ਨਾ ਹੋਣ, ਤੇ ਉਹ ਕਿਸੇ ਨੂੰ ਚਾਹੇ ਵੀ ਮੈਂ ਦੌੜ ਕੇ ਉਹਦੇ ਕੋਲ ਜਾ ਕੇ ਉਹਨੂੰ ਗਲਵਕੜੀ 'ਚ ਲੈ ਲੈਣਾ ਹੈ, ਉਹਨੂੰ ਬਗਲਗੀਰ ਕਰ ਲੈਣਾ ਹੈ ਜਾਂ ਜੱਫੀ ਪਾ ਲੈਣੀ, ਕਿਵੇਂ ਪਾ ਲੇਗਾ? ਹੱਥ ਹੀ ਨਹੀਂ, ਜੱਫੀ ਕਾਹਦੇ ਨਾਲ ਪਾਏਗਾ? ਪੈਰ ਹੀ ਨਹੀਂ, ਦੌੜ ਕੇ ਕਿਵੇਂ ਜਾਏਗਾ? ਅੱਖਾਂ ਹੀ ਨਹੀਂ, ਦੀਦਾਰ ਕਿਵੇਂ ਕਰੇਗਾ? ਇਹ ਤੇ ਠੀਕ ਹੈ ਵੀ ਤੂੰ ਕਹਿੰਦਾ ਦਿਸ ਹੈ, ਸੁਣੀਐ, ਜਾਣੀਐ, ਸਾਊ ਨਾ ਪਾਇਆ ਜਾਏ। ਉਹ ਦਿਸਦਾ ਵੀ ਏ, ਉਹਨੂੰ ਅਸੀਂ ਸੁਣਨੇ ਵੀ ਆ, ਉਹਨੂੰ ਅਸੀਂ ਜਾਣਨੇ ਵੀ ਆ, ਪਰ ਪ੍ਰਾਪਤ ਨਹੀਂ ਹੁੰਦਾ। ਵਜ੍ਹਾ ਕੀ ਹੈ? ਮਹਾਰਾਜ ਕਹਿੰਦੇ ਨੇ ਰੂਲਾ, ਟੁੰਡਾ, ਅੰਧੁਲਾ। ਉਹ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਨੇ ਕਿਉਂਕਿ ਤੂੰ ਪੈਰਾਂ ਤੋਂ ਲੂਲਾ ਹੈ, ਹੱਥਾਂ ਤੋਂ ਟੁੰਡਾ ਹੈ, ਅੱਖਾਂ ਤੋਂ ਅੰਨਾ ਹੈ। ਕਿਉਂ? ਗਲ ਲੱਗਾ ਧਾਏ, ਤੂੰ ਕਿਵੇਂ ਦੌੜ ਕੇ ਉਹਦੇ ਗਲ ਜਾ ਕੇ ਲੱਗ ਜਾਏਗਾ? ਮਹਾਰਾਜ ਮੇਰੇ ਕੋਲ ਚੰਗੀਆਂ ਭਲੀਆਂ ਲੱਤਾਂ, ਬਾਹਾਂ, ਅੱਖਾਂ ਨੇ, ਤੁਸੀਂ ਮੈਨੂੰ ਰੂਲਾ, ਟੁੰਡਾ, ਅੰਧਲਾ ਕਿਉਂ ਕਹਿੰਦੇ ਹੋ? ਤਾਂ ਫਿਰ ਹਜ਼ੂਰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਭਾਈ ਇਹ ਜਿਹੜੇ ਹੱਥ ਪੈਰ ਤੇ ਅੱਖਾਂ ਨੇ, ਚਰਮ ਦ੍ਰਿਸ਼ਟੀ ਹੈ, ਇਹਦੇ ਨਾਲ ਉਹਦੇ ਦੀਦਾਰ ਨਹੀਂ ਹੁੰਦੇ। ਇਹਨਾਂ ਹੱਥਾਂ ਨਾਲ ਉਹਨੂੰ ਬਗਲਗੀਰ ਵੀ ਨਹੀਂ ਕੀਤਾ ਜਾ ਸਕਦਾ। ਮਹਾਰਾਜ ਫਿਰ ਉਹ ਕਿਹੜੇ ਹੱਥ ਨੇ, ਉਹ ਕਿਹੜੇ ਪੈਰ ਨੇ, ਉਹ ਕਿਹੜੀਆਂ ਅੱਖਾਂ ਨੇ? ਤਾਂ ਫਿਰ ਹਜ਼ੂਰ ਬਖਸ਼ਿਸ਼ ਕਰਦੇ ਨੇ, ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹੈ ਸਿਆਣੀਏ ਇਮ ਕੰਤ ਮਿਲਾਵਾ ਹੋਏ। ਜਿਹੜੇ ਤੇਰੇ ਪੈਰ ਨੇ, ਜਿਨ੍ਹਾਂ ਨਾਲ ਤੁਰ ਕੇ ਤੂੰ ਮਹਿਬੂਬ ਦੇ ਕੋਲ ਜਾ ਸਕਣਾ ਹੈ, ਉਹ ਪੈਰ ਨਿਰਮਲ ਅਦਬ ਦੇ ਨੇ। ਭੈ ਕੇ ਚਰਨ, ਪਰਮਾਤਮਾ ਦੇ ਨਿਰਮਲ ਅਦਬ ਦੇ ਚਰਨ ਬਣਾ। ਭਾਵ ਕਿ ਬਈ ਜਦੋਂ ਤੂੰ ਪੈਰ ਪੁੱਟੇ ਤੇ ਪਰਮਾਤਮਾ ਦੇ ਅਦਬ ਵਿੱਚ ਪੁੱਟੇ। ਪਰਮਾਤਮਾ ਮੇਰੀ ਹਰ ਅਦਾ ਨੂੰ ਵੇਖ ਰਿਹਾ ਹੈ, ਹਰ ਅਦਾ ਨੂੰ ਸੁਣ ਰਿਹਾ ਹੈ, ਮੈਂ ਉਹਦੀ ਹਜ਼ੂਰੀ ਵਿੱਚ ਹਾਂ ਔਰ ਉਹ ਸਭ ਕੁਝ ਦੇਖ ਰਿਹਾ। ਇਹਨੂੰ ਕਹਿੰਦੇ ਨੇ ਭੈ ਕੇ ਚਰਨ। ਕੁਛ ਵੀ ਕਰਨ ਤੋਂ ਪਹਿਲਾਂ ਸੋਚ ਲੈਣਾ, ਕਿਆ ਬਾਤ ਹੈ, ਵਿਚਾਰ ਲੈਣਾ ਬਈ ਜੋ ਮੈਂ ਕਰ ਰਿਹਾ ਵਾਂ ਉਹ ਗੁਰਮਤਿ ਅਨੁਸਾਰ ਹੈ। ਜਿਸ ਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੂਹੀ ਰਾਗ ਵਿੱਚ ਫਰਮਾਨ ਕਰਦੇ ਨੇ, ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਭੈ ਕੇ ਚਰਨ ਕਰ ਭਾਵ ਕੇ, ਕਰ ਕਹਿੰਦੇ ਨੇ ਸਾਧ ਸੰਗਤ ਹੱਥ ਨੂੰ। ਇਹ ਵੀ ਬੇਨਤੀ ਕਰਦੇ ਆਂ ਵੀ ਗੁਰਬਾਣੀ ਵਿੱਚ ਕਰ ਟੈਕਸ ਨੂੰ ਵੀ ਕਿਹਾ ਗਿਆ, ਗੁਰਬਾਣੀ ਵਿੱਚ ਕਰ ਹੱਥ ਨੂੰ ਜਾਂ ਹੱਥਾਂ ਨੂੰ ਵੀ ਕਿਹਾ ਗਿਆ, ਤੇ ਗੁਰਬਾਣੀ ਵਿੱਚ ਕਰ ਕੁਝ ਕਰਨ ਦੀ ਪ੍ਰੋਸੈਸਿੰਗ ਨੂੰ ਵੀ ਕਿਹਾ ਗਿਆ। ਪਰ ਕਰਨ ਦੇ ਹਿਸਾਬ ਨਾਲ ਵੀ ਅਰਥ ਬਦਲਦੇ ਨੇ, ਸਪੈਲਿੰਗ ਦੇ ਹਿਸਾਬ ਨਾਲ ਵੀ ਅਰਥ ਬਦਲਦੇ ਨੇ। ਭੈ ਕੇ ਚਰਨ ਕਰ ਭਾਵ ਕੇ ਪ੍ਰੇਮ ਦੇ ਹੱਥ ਬਣਾ। ਇਹਨਾਂ ਹੱਥਾਂ ਨਾਲ ਤੂੰ ਮਨੁੱਖਤਾ ਦੀ ਸੇਵਾ ਕਰੇ, ਇਹਨਾਂ ਹੱਥਾਂ ਨਾਲ ਤੂੰ ਹਿੰਸਾ ਨਾ ਕਰੇ, ਇਹਨਾਂ ਹੱਥਾਂ ਨਾਲ ਚੋਰੀ ਨਾ ਕਰੇ, ਡਾਕਾ ਨਾ ਮਾਰੇ, ਪਰਾਏ ਧਨ ਨੂੰ ਇਹ ਹੱਥ ਨਾ ਪੈਣ। ਇਹਨਾਂ ਹੱਥਾਂ ਨਾਲ ਪਿਆਰ ਕੀਤਾ ਜਾਏ, ਕਿਸੇ ਨੂੰ ਆਸੀਸ ਦਿੱਤੀ ਜਾਏ ਇਹਨਾਂ ਹੱਥਾਂ ਦੇ ਨਾਲ। ਇਹਨਾਂ ਹੱਥਾਂ ਦੀ ਵਰਤੋਂ ਇੰਜ ਹੋਵੇ। ਭਾਵ ਭਾਈ ਕਨਈਆ ਜੀ ਵਾਂਗੂ ਸਾਰੀ ਮਨੁੱਖਤਾ ਨੂੰ ਜਲ ਛਕਾਇਆ ਜਾਏ, ਸਾਰੀ ਮਨੁੱਖਤਾ ਨਾਲ ਪਿਆਰ ਕੀਤਾ ਜਾਏ। ਸਾਧ ਸੰਗਤ ਜੀ, ਔਰ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਦੇ ਜਿਹੜੇ ਹੱਥ ਨੇ, ਉਹਨਾਂ ਹੱਥਾਂ ਨਾਲ ਹੀ ਵਾਹਿਗੁਰੂ ਨੂੰ ਗਲਵਕੜੀ 'ਚ ਲਿਆ ਜਾ ਸਕਦਾ। ਦੂਜੇ ਸ਼ਬਦਾਂ 'ਚ ਇੰਜ ਕਹਿ ਲਓ ਵੀ ਜਦੋਂ ਇਹਨਾਂ ਹੱਥਾਂ ਨਾਲ ਅਸੀਂ ਕਿਸੇ ਨੂੰ ਗਲਵਕੜੀ 'ਚ ਲੈਣਾ ਹੈ, ਉਦੋਂ ਇਹ ਸਮਝ ਲੈਣਾ ਵੀ ਇਹ ਪ੍ਰਮਾਤਮਾ ਦਾ ਸਰਗੁਣ ਸਰੂਪ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ।
क्योंकि जे असी ਉਹਦੇ निर्गुण स्वरूप की गल करिए तो वो तो फिर निराकार है। उस निराकार ਨੂੰ ਕਿਵੇਂ ਫਿਰ ਅਸੀਂ ਬਗਲਗੀਰ ਕਰਾਂਗੇ? ਧਿਆਨ ਦਿਆ ਜੀ, ਕੀ ਬਾਤ ਹੈ। ਜੇ ਬਗਲਗੀਰ ਕਰਨਾ ਹੈ ਪ੍ਰਮਾਤਮਾ ਨੂੰ ਤੇ ਉਸ ਦੇ ਸਰਗੁਣ ਸਰੂਪ ਨੂੰ ਕੀਤਾ ਜਾ ਸਕਦਾ, ਨਿਰਗੁਣ ਸਰੂਪ ਨੂੰ ਨਹੀਂ। ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ ਆਪਣੀ ਹੱਡਬੀਤੀ ਲਿਖੀ ਹੈ ਨਾ ਵੀ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਤਾਂ ਗਲਵਕੜੀ ਪਾਈ। ਤੇ ਗਲਵਕੜੀ ਕਿਹਨੂੰ ਪਾਣੀ ਸੀ? ਕਹਿਣ ਲੱਗੇ ਨਿਰਾ ਨੂਰ, ਤੁਸੀਂ ਹੱਥ ਨਾ ਆਏ ਸਾਡੀ ਕੰਬ ਦੀ ਰਹੀ ਕਲਾਈ। ਨੂਰ ਨੂੰ ਜੱਫੀ ਥੋੜਾ ਪਾਈ ਜਾ ਸਕਦੀ ਹੈ। ਕਿਸੇ ਭਵਨ ਵਿੱਚ ਬੜੀ ਪ੍ਰਚੰਡ ਰੋਸ਼ਨੀ ਹੋਵੇ ਤੇ ਉਸ ਰੋਸ਼ਨੀ ਨੂੰ ਕਿਵੇਂ ਜੱਫੀ ਪਾਓਗੇ? ਬਗਲਗੀਰ ਉਹਦੇ ਸਰਗੁਣ ਸਰੂਪ ਨੂੰ ਤੇ ਕੀਤਾ ਜਾ ਸਕਦਾ ਨਾ ਪਿਆਰਿਓ। ਔਰ ਸਰਗੁਣ ਸਰੂਪ ਵੀ ਉਸੇ ਦਾ ਹੀ ਹੈ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਔਰ ਜਿਨ੍ਹਾਂ ਨੂੰ ਇਹ ਸਮਝ ਆਈ ਫਿਰ ਉਹਨਾਂ ਨੇ ਤਾਂ ਹੀ ਆਖਿਆ ਸੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਾਈ ਜੋ ਜੋ ਵੀ ਦਿਸਦਾ ਹੈ ਸਭ ਗੋਬਿੰਦ ਦਾ ਰੂਪ ਨੇ, ਗੋਬਿੰਦ ਤੋਂ ਬਿਨਾ ਕੁਛ ਹੋਰ ਹੈ ਹੀ ਨਹੀਂ। ਸਭ ਤੋਂ ਪਹਿਲੀ ਗੱਲ ਭੈ ਕੇ ਚਰਨ ਸਤ ਸੰਗਤ ਜੀ। ਦੂਜੀ ਗੱਲ ਕਰ ਭਾਵ ਕੇ। ਪਿਆਰ ਦੇ ਹੱਥ ਬਣਾ ਲੈ। ਔਰ ਤੀਜੀ ਗੱਲ ਹੈ ਲੋਇਨ ਸੁਰਤ ਕਰੇ। ਲੋਇਨ ਕਹਿੰਦੇ ਨੇ ਅੱਖਾਂ ਨੂੰ, ਸੁਰਤ ਦੀਆਂ ਅੱਖਾਂ ਬਣਾਏ। ਅਸੀਂ ਆਮ ਤੌਰ ਤੇ ਜਿਹਨੂੰ ਦਿਸਦਾ ਨਾ ਹੋਵੇ ਉਹਨੂੰ ਨੇਤਰਹੀਨ ਤੇ ਥੋੜਾ ਜਿਹਾ ਸੱਭਿਅਕ ਸ਼ਬਦ ਹੈ। ਖੜੀ ਬੋਲੀ 'ਚ ਜਿਹੜਾ ਸ਼ਬਦ ਨਹੀਂ ਕਹਿਣਾ ਚਾਹੀਦਾ ਅੰਨਾ ਕਹਿੰਦੇ ਨੇ, ਹਿੰਦੀ 'ਚ ਅੰਧਾ ਕਹਿੰਦੇ ਨੇ। ਤੇ ਜੇ ਬਹੁਤੇ ਹੋਣ ਤੇ ਫਿਰ ਕੰਨਾ ਅਗਲਾ ਪੂੰਝਿਆ ਜਾਂਦਾ, ਉਹ ਲਾਂ ਬਣ ਜਾਂਦਾ ਅੰਧੇ। ਜਿਵੇਂ ਡੰਡਾ ਡੰਡੇ, ਝੰਡਾ ਝੰਡੇ, ਅੰਧਾ ਅੰਧੇ। ਹਜ਼ੂਰ ਬਾਣੀ 'ਚ ਫਰਮਾਨ ਕਰਦੇ ਨੇ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾ ਹੈ, ਲੋਇਨ ਸੁਰਤ ਕਰੇ। ਭਾਈ ਜਿਨ੍ਹਾਂ ਨੂੰ ਇਹਨਾਂ ਅੱਖਾਂ ਨਾਲ ਇਹ ਸੰਸਾਰ ਨਹੀਂ ਦਿਸਦਾ ਉਹਨਾਂ ਨੂੰ ਅੰਨੇ ਨਾ ਆਖੋ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾ ਹੈ, ਲੋਇਨ ਸੁਰਤ ਕਰੇ। ਜਿਨ ਮੁਖ ਲੋਇਨ ਨਾ ਹੈ, ਜਿਨ੍ਹਾਂ ਦੇ ਮੁਖ ਤੇ ਲੋਇਨ ਨਹੀਂ, ਅੱਖਾਂ ਨਹੀਂ, ਉਹਨਾਂ ਨੂੰ ਅੰਨੇ ਨਾ ਆਖੋ। ਮਹਾਰਾਜ ਫਿਰ ਅੰਨੇ ਕਿਹਨਾਂ ਨੂੰ ਆਖੀਏ? ਤਾਂ ਹਜ਼ੂਰ ਕਹਿੰਦੇ ਨੇ ਅੰਧੇ ਸੇਈ ਨਾਨਕਾ ਜੇ ਖਸਮੋ ਉੱਥੇ ਜਾਹੇ। ਜਿਹੜੇ ਖਸਮ ਵੱਲੋਂ ਘੁੱਸ ਗਏ ਨੇ, ਜਿਨ੍ਹਾਂ ਨੇ ਖਸਮ ਨਾਲ ਜਾਣ ਪਛਾਣ ਨਹੀਂ ਬਣਾਈ, ਭਾਈ ਅਸਲ ਵਿੱਚ ਅੰਨੇ ਉਹ ਨਹੀਂ। ਤੋ ਲੋਇਨ ਸੁਰਤ ਕਰੇ ਮੀਨਸ ਸੁਰਤ ਦੀਆਂ ਅੱਖਾਂ ਨਾਲ ਵੇਖਣਾ। ਫਿਰ ਦੂਜੇ ਪਾਤਸ਼ਾਹ ਬਾਅਦ ਕੀ ਵਾਰ ਦੇ ਸ਼ਲੋਕ ਵਿੱਚ ਕਹਿੰਦੇ ਨੇ ਨਾਨਕ ਕਹੇ ਸਿਆਣੀਏ ਇਮ ਕੰਤ ਮਿਲਾਵਾ ਹੋਵੇ। ਕੰਤ ਨਾਲ ਮਿਲਾਪ ਇਸ ਤਰ੍ਹਾਂ ਹੁੰਦਾ ਹੈ। ਕਿਸ ਤਰ੍ਹਾਂ? ਭੈ ਕੇ ਚਰਨ, ਚਰਨ ਨਿਰਮਲ ਅਦਬ ਦੇ, ਪਿਆਰ ਦੇ ਹੱਥ, ਸੁਰਤ ਦੀਆਂ ਅੱਖਾਂ। ਭਗਤ ਕਬੀਰ ਸਾਹਿਬ ਅੱਜ ਦੀ ਮੂਲ ਪੰਕਤੀ 'ਚ ਬਖਸ਼ਿਸ਼ ਕਰ ਰਹੇ ਨੇ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੇ ਕਾਨਾ। ਉਹਦੇ ਅੰਦਰ ਦੂਜੀਆਂ ਗੱਲਾਂ ਦੀ ਖਿੱਚ ਖਤਮ ਹੋ ਜਾਂਦੀ ਹੈ। ਰਹਿ ਵਿਹੰਗਮ, ਕਿਆ ਬਾਤ ਹੈ। ਜਿੱਥੋਂ ਇਹ ਆਇਆ ਉੱਥੇ ਦਾ ਉਚਾਰਨ ਹੈ ਵਿਹੰਗਮ, ਵਾਵੇ ਨਾਲ। ਵਿਹੰਗਮ ਪੰਛੀ ਨੂੰ ਕਹਿੰਦੇ ਨੇ।
ਪੰਛੀ ਕੀ ਕਰਦੇ ਨੇ ਸਾਧ ਸੰਗਤ? ਉਹ ਜਿਸ ਰੁੱਖ ਦੇ ਉੱਤੇ ਆਲਣਾ ਪਾਉਂਦੇ ਨੇ ਉਸ ਰੁੱਖ ਦੇ ਪ੍ਰਤੀ ਉਹਨਾਂ ਦਾ ਮੋਹ ਕੋ ਨਹੀਂ ਹੁੰਦਾ। ਕੋਈ ਰੁੱਖ ਛਾਂਗ ਲੈ, ਪੱਟ ਕੇ ਲੈ ਜਾਏ, ਕੋਈ ਅਫਸੋਸ ਨਹੀਂ ਦੂਜੇ ਰੁੱਖ ਤੇ ਆਲਣਾ ਪਾ ਲੇ। ਕਿਆ ਬਾਤ ਹੈ। ਯਾਨੀ ਜੀਵ ਵਿਹੰਗਮ ਵਾਂਗੂ ਨਿਰਮੋਹ ਹੋ ਜਾਏ। ਰਹਿ ਵਿਹੰਗਮ ਕਤਹਿ ਨਾ ਜਾਏ, ਉਹ ਫਿਰ ਉਹਦੀ ਇੱਧਰ ਉੱਧਰ ਦੀ ਭਟਕਣਾ ਜਿਹੜੀ ਹੈ ਉਹ ਮੁੱਕ ਜਾਏ। ਅਗਹਿ ਗਹਿ ਗਹਿ ਗਗਨ ਰਹਾ। ਅਗਹਿ ਪ੍ਰਮਾਤਮਾ ਨੂੰ ਗਹਿ ਪਕੜ ਕੇ ਗਗਨ ਰਹਾਈ, ਗਗਨ ਅਸਮਾਨ ਵਿੱਚ ਜਿਵੇਂ ਪੰਛੀ ਚੋਗਾ ਚੁੱਕ ਕੇ ਇੱਲਾਂ ਇੱਕ ਵਾਰੀ ਰੱਜ ਕੇ ਬੜੀਆਂ ਉੱਚੀਆਂ ਉੱਚੀਆਂ ਜਾ ਕੇ ਫਿਰ ਹਵਾ 'ਚ ਤਾਰੀਆਂ ਲਾਉਂਦੀਆਂ ਰਹਿੰਦੀਆਂ ਨੇ, ਇਸ ਤਰ੍ਹਾਂ ਫਿਰ ਉਹ ਸਾਧ ਸੰਗਤ ਜੀ ਜੀਵ ਜਿਹੜਾ ਨਿਰਮੋਹ ਹੋ ਕੇ ਔਰ ਇਸ ਪ੍ਰਕਾਰ ਫਿਰ ਦਸਮ ਦਵਾਰ ਦੇ ਵਿੱਚ ਉਹ ਆਪਣੀਆਂ ਤਾਰੀਆਂ ਲਾਉਂਦਾ ਰਹਿੰਦਾ। ਇਸ ਪ੍ਰਕਾਰ ਫਿਰ ਉਹ ਆਨੰਦ ਦੇ ਵਿੱਚ ਆਪਣਾ ਜੀਵਨ ਜਿਹੜਾ ਬਖਸ਼ਿਸ਼ ਕਰ ਉਹ ਬਸ਼ਰ ਕਰਦਾ ਹੈ। ਉਹ ਭਾਵ ਦੂਜੇ ਸ਼ਬਦਾਂ 'ਚ ਇੰਜ ਕਹੋ ਵੀ ਨਿਰਮੋਹੀ ਹੋ ਜਾਂਦਾ। ਸੋ ਸਮਾਂ ਸਮਾਪਤ ਹੈ। ਸਾਧ ਸੰਗਤ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਗਲਤੀਆਂ ਵਾਸਤੇ ਦਾਸ ਖਿਮਾ ਦਾ ਜਾਚਕ ਹੈ ਜੀ। ਆਓ ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਆਗਿਆ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।